ਦੀਪ ਸਿੱਧੂ ਸਾਥ ਛੱਡ ਗਏ ਨੇ, ਕਿਸੇ ਨੇ ਕੋਈ ਹਾਂ ਦਾ ਨਾਰਾ ਨਹੀਂ ਮਾਰਿਆ। ਜਿਹੜੀ ਸਿੱਖ ਕੌਮ ਹੈ, ਜਿਹੜੀ ਹੁਣ ਆਜ਼ਾਦੀ ਮੰਗ ਰਹੀ ਹੈ, ਜਿਹੜੀਆਂ ਪਾਰਟੀਆਂ ਨੇ ਇਹਦਾ ਅਫਸੋਸ ਨਹੀਂ ਕੀਤਾ, ਉਹ ਸਿੱਖ ਕੌਮ ਤੋਂ ਉਖੜ ਚੁੱਕੀਆਂ। ਪੰਜਾਬ ਦੇ ਵਿੱਚ ਹੁਣੀ ਚੋਣਾਂ ਹੋ ਕੇ ਹਟੀਆਂ ਨੇ, ਤਾਂ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਹੈ, ਪੈਰੋਲ ਦੇ ਦਿੱਤੀ ਜਾਂਦੀ ਹੈ। ਕਿਸ ਤਰ੍ਹਾਂ ਦੇਖਦੇ ਹੋ ਕਿ ਕੀ ਸਾਜ਼ਿਸ਼ ਖੇਡੀ ਗਈ ਹੈ? ਜੇ ਕਾਨੂੰਨ ਸਾਰਿਆਂ ਦੇ ਲਈ ਇੱਕ ਹੈ, ਤੇ ਫਿਰ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਹੋਏ ਹੈ, ਇਹ ਜਿਹੜੇ ਨਸ਼ੇ ਵੇਚਦੇ ਹੈ, ਜਬਰ ਜਨਾਹ ਕਰਦੇ ਹੈ, ਉਹਨਾਂ ਨੂੰ ਵੀ ਫਿਰ ਬਾਹਰ ਕੱਢੋ। ਜਿੰਨੇ ਵੀ ਜੇਲ੍ਹ ਦੇ ਵਿੱਚ ਇਹੋ ਜਿਹੇ ਕੈਦੀ ਹੈ, ਉਹਨਾਂ ਨੂੰ ਵੀ ਰਿਟਾਂ ਪਾਉਣੀਆਂ ਚਾਹੀਦੀਆਂ ਕਿ ਜੇ ਡਰੱਗ ਲੌਰਡਸ ਨੂੰ, ਜਬਰ ਜਨਾਹ ਵਾਲਿਆਂ ਨੂੰ, ਇਹੋ ਜਿਹੀ ਚੀਜ਼ ਜਿਨ੍ਹਾਂ ਨੇ ਕਤਲ ਕੀਤੇ ਹੈ, ਉਹਨਾਂ ਨੂੰ ਫਰਲੋ ਮਿਲਣੀ ਹੈ, ਪੈਰੋਲ ਮਿਲਣੀ ਹੈ, ਫਿਰ ਸਾਨੂੰ ਵੀ ਦਿੱਤੀ ਜਾਵੇ। ਫਿਰ ਦੇਖ ਲਓ ਇੱਥੇ ਮੁਲਕ ਦਾ ਕੀ ਹੋਊਗਾ। ਸਾਰੇ ਬਦਮਾਸ਼ ਇੱਧਰ ਉੱਧਰ ਫਿਰ ਲੈਣਗੇ, ਬਦਮਾਸ਼ ਜ਼ਿਆਦਾ ਹੋ ਜਾਣਗੇ, ਤੁਹਾਡੇ ਵਰਗੇ ਘੱਟ ਹੋ ਜਾਣਗੇ। ਪੂਰੇ ਪੰਜਾਬ ਦੇ ਨੌਜਵਾਨਾਂ ਦਾ ਹੜ੍ਹ ਆਇਆ ਇੱਕ ਫਤਿਹਗੜ੍ਹ ਸਾਹਿਬ ਦੇ ਵਿੱਚ। ਦੀਪ ਸਿੱਧੂ ਦੀ ਅੰਤਿਮ ਅਰਦਾਸ ਸੀਗੀ, ਲੋਕ ਆਪ ਮੁਹਾਰੇ ਪਹੁੰਚੇ ਹੈਗੇ ਨੇ, ਤਾਂ ਕੀ ਮਿਸਾਲ ਕਾਇਮ ਕਰ ਗਏ ਨੇ? ਕਿਉਂਕਿ ਅਸੀਂ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਤਾਂ ਲੋਕਾਂ ਨੇ ਇਹ ਤੱਕ ਕਿਹਾ ਕਿ ਉਹ ਦੀਪ ਨਹੀਂ ਸੀ, ਉਹ ਇੱਕ ਮਸ਼ਾਲ ਸੀ, ਪੰਜਾਬ ਦੇ ਲੋਕਾਂ ਨੂੰ ਜਗਾ ਗਿਆ ਹੈਗਾ। ਤਾਂ ਇਸ ਸਾਰੇ ਘਟਨਾਕ੍ਰਮ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਨੌਜਵਾਨੀ ਨੇ ਬਹੁਤ ਸ਼ਿਰਕਤ ਕੀਤੀ। ਮਾਨ ਸਾਹਿਬ, ਦੀਪ ਸਿੱਧੂ ਨਾਲ ਕਾਫੀ ਤੁਹਾਡੀ ਗੱਲਬਾਤ ਹੁੰਦੀ ਰਹੀ ਹੋਣੀ, ਕਿ ਮਨ ਦੇ ਵਿੱਚ ਕੀ ਲੈ ਕੇ ਚੱਲ ਰਹੇ ਸੀਗੇ? ਕੀ ਉਹਨਾਂ ਦੀ ਅੱਗੇ ਦੀ ਸੀ ਰਣਨੀਤੀ ਕਿ ਅੱਗੇ ਕੀ ਕਰਨਾ ਹੈਗਾ? ਇੰਟਰਨੈਸ਼ਨਲ ਤਫਤੀਸ਼ ਹੋਣੀ ਚਾਹੀਦੀ ਹੈ, ਜਿਵੇਂ ਬੀਬੀ ਬੇਨਜ਼ੀਰ ਭੁੱਟੋ ਦੀ ਹੋਈ ਸੀ ਪਾਕਿਸਤਾਨ ਵਾਲੀ ਦੀ, ਤੇ ਲੈਬਨਾਨ ਦੇ ਪ੍ਰਾਈਮ ਮਿਨਿਸਟਰ ਹਰਾਰੇ ਨੂੰ ਵੀ ਇਸ ਤਰ੍ਹਾਂ ਸ਼ੱਕੀ ਤੌਰ ਦੇ ਉੱਤੇ ਉਹਦੀ ਜਾਨ ਲਿੱਤੀ ਗਈ ਸੀ। ਉਹਦੀ ਵੀ ਇੰਟਰਨੈਸ਼ਨਲ UN ਨੇ ਤਫਤੀਸ਼ ਕਰਾਈ ਸੀ, ਤੇ ਸਾਡੀ ਮੰਗ ਹੈ। ਮਾਨ ਸਾਹਿਬ, ਤੁਸੀਂ ਖੁਦ IPS ਅਫਸਰ ਰਹੇ ਹੋ, ਤਾਂ ਉੱਥੋਂ ਦੇ ਹਾਲਾਤ ਤੁਸੀਂ ਦੇਖੇ ਹੈਗੇ ਨੇ, ਤੁਹਾਨੂੰ ਕੀ ਲੱਗਦਾ ਹੈਗਾ, ਤੁਹਾਡੀ ਨਿੱਜੀ ਰਾਏ ਕੀ ਹੈਗੀ ਹੈ ਕਿ ਇਹ ਹਾਦਸੇ ਦੇ ਵਿੱਚ ਇਸ ਤਰ੍ਹਾਂ ਦੇ ਸਰਕਮਟ੍ਰਾਂਸਿਸ ਬਣ ਸਕਦੇ ਸੀ ਜਿੱਦਾਂ ਦੇ ਦਿਖਾਏ ਗਏ ਨੇ? ਸਤਿ ਸ਼੍ਰੀ ਅਕਾਲ, ਰੋਜ਼ਾਨਾ ਲੋਕਨਾਥ TV ਦੇਖ ਰਹੇ ਹੋ ਤੁਸੀਂ। ਮੈਂ ਹਾਂ ਤੁਹਾਡੇ ਨਾਲ ਅਵਤਾਰ ਸਿੰਘ ਗਿੱਲ। ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਕਿਲ੍ਹਾ ਹਰਨਾਮ ਸਿੰਘ। ਜਿਹੜੀ ਸ਼ਖਸੀਅਤ ਸਾਡੇ ਨਾਲ ਨੇ ਉਹ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਹੈਗੇ, ਲੇਕਿਨ ਫਿਰ ਵੀ ਤੁਹਾਡੀ ਜਾਣ ਪਛਾਣ ਕਰਾ ਦਿੰਦੇ ਹਾਂ। ਸਾਡੇ ਨਾਲ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ। ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਮਾਨ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਰੋਜ਼ਾਨਾ ਲੋਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿੱਲ ਸਾਹਿਬ, ਮਾਨ ਸਾਹਿਬ, ਇੱਕ ਵੱਡਾ ਸਵਾਲ ਹੈਗਾ ਕਿ ਜਦੋਂ ਕੋਈ ਵੀ ਇੰਸੀਡੈਂਟ ਹੁੰਦਾ ਹੈ ਤਾਂ ਧੜਾ-ਧੜ ਜਿਹੜੇ ਰਾਜਨੀਤਿਕ ਲੋਕ ਨੇ ਜਾਂ ਫਿਰ ਕੇਂਦਰ ਦੇ ਵਿੱਚ ਸੱਤਾ ਦੇ ਵਿੱਚ ਬੈਠੇ ਹੋਏ ਨੇ, ਧੜਾ-ਧੜ ਟਵੀਟ ਆਉਣੇ ਸ਼ੁਰੂ ਹੋ ਜਾਂਦੇ ਨੇ। ਪੰਜਾਬੀਆਂ ਦੇ ਨਾਲ ਵੱਡੀ ਘਟਨਾ ਘਟੀ ਹੈ, ਦੀਪ ਸਿੱਧੂ ਸਾਥ ਛੱਡ ਗਏ ਨੇ, ਕਿਸੇ ਨੇ ਕੋਈ ਹਾਂ ਦਾ ਨਾਰਾ ਨਹੀਂ ਮਾਰਿਆ। ਕਿਸ ਤਰ੍ਹਾਂ ਦੇਖਦੇ? ਇਹਦਾ ਮਤਲਬ ਹੈ ਕਿ ਜਿਹੜੀ ਸਿੱਖ ਕੌਮ ਹੈ, ਜਿਹੜੀ ਹੁਣ ਆਜ਼ਾਦੀ ਮੰਗ ਰਹੀ ਹੈ, ਜਿਹੜੀਆਂ ਪਾਰਟੀਆਂ ਨੇ ਇਹਦਾ ਅਫਸੋਸ ਨਹੀਂ ਕੀਤਾ, ਉਹ ਸਿੱਖ ਕੌਮ ਤੋਂ ਉਖੜ ਚੁੱਕੀਆਂ। ਹੁਣ ਜੇ ਉਹ ਬਨਵਾਸ ਲੈ ਲੈਣ, BJP ਤੇ RSS ਦੀ ਝੋਲੀ 'ਚ ਜਾ ਕੇ ਬੈਠ ਜਾਣ, ਤੇ ਬਹੁਤ ਵਧੀਆ ਹੋਊਗਾ। ਕਿਉਂ ਕਰਕੇ ਜਿਵੇਂ ਰਾਮ ਰਹੀਮ ਨੂੰ ਹੁਣ Z ਸਿਕਿਉਰਿਟੀ ਦੇਤੀ ਹੈ, ਤੇ ਜੇ ਰਾਮ ਰਹੀਮ ਨੂੰ Z ਸਿਕਿਉਰਿਟੀ ਦਿੱਤੀ ਹੈ, ਇਹਦਾ ਮਤਲਬ ਹੈ ਕਿ ਰਾਮ ਰਹੀਮ ਨੂੰ ਖਤਰਾ ਹੈ। ਤੇ ਜਿਹੜੇ BJP RSS ਦੇ ਵਿੱਚ ਕਾਂਗਰਸ ਆਮ ਪਾਰਟੀ 'ਚ ਚਲੇ ਗਏ ਹੈ, ਉਹਨਾਂ ਨੂੰ ਵੀ ਫਿਰ ਖਤਰਾ ਹੈਗਾ। ਉਹਨਾਂ ਨੂੰ ਵੀ Z ਸਿਕਿਉਰਿਟੀ ਤਾਂ ਦਿੱਤੀ ਜਾਣੀ ਚਾਹੀਦੀ ਹੈ। ਕਿਉਂ ਕਰਕੇ ਉਹ ਲੋਕਾਂ ਤੋਂ ਤਾਂ ਉਖੜ ਗਏ ਆ ਹੁਣ, ਹੈ ਨਾ। ਜੇ ਲੋਕਾਂ ਤੋਂ ਉਖੜ ਗਏ ਹੈ ਤਾਂ ਫਿਰ ਉਹਨਾਂ ਦੀ ਜਿਹੜੀ ਸੁਰੱਖਿਆ ਹੈ ਉਹ ਫਿਕਰਮੰਦ ਹੈ। ਜੇ ਨਹੀਂ ਹੋਊਗੀ ਫਿਰ ਉਹਨਾਂ ਦੇ ਬਿਲਕੁਲ ਇਹ ਸਾਰਿਆਂ ਦੀ ਇਹ Z ਸਿਕਿਉਰਿਟੀ ਤਾਂ ਸਰਕਾਰ ਦੇਵੇ। ਜੇ ਮੇਰਾ ਮਤਲਬ BJP ਨੇ ਇਹਨਾਂ ਨੂੰ ਨਾਲ ਰੱਖਣਾ ਹੈ, ਕਾਂਗਰਸ ਨੇ,
ਆਮ ਆਦਮੀ ਪਾਰਟੀ ਨੇ, ਫਿਰ ਇਹ ਬਹੁਤ ਜ਼ਰੂਰੀ ਹੈ ਕਿ ਉਹਨਾਂ ਦੀ ਸੁਰੱਖਿਆ ਵਧਾਉਣ, ਜ਼ੈਡ ਸਿਕਿਉਰਿਟੀਆਂ ਸਾਰਿਆਂ ਨੂੰ ਦੇ ਦੇਣ। ਮਾਨ ਸਾਹਿਬ, ਜਿਸ ਤਰ੍ਹਾਂ ਚੋਣਾਂ ਸੀਗੀਆਂ ਪੰਜਾਬ ਦੇ ਵਿੱਚ, ਹੁਣੀ ਚੋਣਾਂ ਹੋ ਕੇ ਹਟੀਆਂ ਨੇ, ਤਾਂ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਹੈ, ਪੈਰੋਲ ਦੇ ਦਿੱਤੀ ਜਾਂਦੀ ਹੈ। ਕਿਸ ਤਰ੍ਹਾਂ ਦੇਖਦੇ ਹੋ ਕਿ ਕੀ ਸਾਜ਼ਿਸ਼ ਇਹ ਖੇਡੀ ਗਈ ਹੈ? ਕਿਉਂਕਿ ਲਗਾਤਾਰ ਜਿਹੜੇ ਦੋਸ਼ ਨੇ, ਕਈ ਮਾਮਲੇ ਹੈਗੇ ਜਿਹਦੇ ਵਿੱਚ ਸਿੱਧੇ ਸਿੱਧੇ ਦੋਸ਼ ਰਾਮ ਰਹੀਮ ਤੇ ਲੱਗਦੇ ਨੇ। ਬੇਅਦਬੀਆਂ ਦੀ ਗੱਲ ਕਰ ਲਈਏ, ਬੇਅਦਬੀਆਂ ਦੇ ਵਿੱਚ ਜਾਂ ਫਿਰ ਉਸ ਦੇ ਉੱਤੇ ਸੰਗੀਨ ਮਾਮਲੇ ਦਰਜ ਹੈਗੇ ਨੇ, ਜਿਨ੍ਹਾਂ ਦੇ ਵਿੱਚ ਅੱਜ ਤੱਕ ਸਾਡੇ ਜਿਹੜੇ ਬੰਦੀ ਸਿੰਘ ਹੈਗੇ ਉਹਨਾਂ ਨੂੰ ਅੱਜ ਤੱਕ ਪੈਰੋਲ ਨਹੀਂ ਮਿਲੀ ਹੈਗੀ, ਲੇਕਿਨ ਰਾਮ ਰਹੀਮ ਨੂੰ ਪੈਰੋਲ ਦਿੱਤੀ ਜਾਂਦੀ ਹੈ। ਕਿਸ ਤਰ੍ਹਾਂ ਦੇਖਦੇ ਹੋ? ਫਿਰ ਜੇ ਮੁਲਕ ਹਿੰਦੂ ਰਾਸ਼ਟਰ ਬਣ ਗਿਆ ਹੈ, ਤਾਂ ਫਿਰ ਘੱਟ ਗਿਣਤੀਆਂ ਨੂੰ ਸੋਚਣਾ ਚਾਹੀਦਾ ਕਿ ਇਹ ਅੱਗੇ ਕਾਹਦਾ ਪ੍ਰੋਗਰਾਮ ਦੇਣਾ ਚਾਹੀਦਾ, ਕਿਉਂ ਕਰਕੇ ਬੰਦੀ ਸਿੰਘ 26 ਸਾਲਾਂ ਤੋਂ ਅੰਦਰ ਹੈਗੇ ਹੈ, ਜਦ ਕਿ ਉਮਰ ਕੈਦ ਸਿਰਫ 14 ਸਾਲ ਹੁੰਦੀ ਹੈ। ਅਤੇ ਜੇ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ ਤਾਂ ਆਰਟੀਕਲ 14 ਸੰਵਿਧਾਨ ਦੀ ਕਹਿੰਦੀ ਹੈ ਕਿ ਕਾਨੂੰਨ ਦੇ ਅੱਗੇ ਸਾਰੇ ਬਰਾਬਰ ਨੇ। ਫਿਰ ਸੁਪਰੀਮ ਕੋਰਟ ਨੇ ਵੀ ਜਿਨ੍ਹਾਂ ਨੇ ਬਲਾਤਕਾਰ ਕੀਤੇ ਹੈ, ਜਿਨ੍ਹਾਂ ਨੇ ਇੰਨੀਆਂ ਦਵਾਈਆਂ ਨਸ਼ੀਲੀਆਂ ਵੇਚੀਆਂ, ਉਹਨਾਂ ਨੂੰ ਵੀ ਜ਼ਮਾਨਤਾਂ ਦੇ ਦਿੱਤੀਆਂ। ਅਤੇ ਜੇ ਕਾਨੂੰਨ ਸਾਰਿਆਂ ਦੇ ਲਈ ਇੱਕ ਹੈ, ਅਤੇ ਫਿਰ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਹੋਏ ਹੈ, ਇਹ ਜਿਹੜੇ ਨਸ਼ੇ ਵੇਚਦੇ ਹੈ, ਜਬਰ ਜਨਾਹ ਕਰਦੇ ਹੈ, ਉਹਨਾਂ ਨੂੰ ਵੀ ਫਿਰ ਬਾਹਰ ਕੱਢੋ। ਫਿਰ ਤਾਂ ਇੱਥੇ ਮੇਰਾ ਮਤਲਬ ਇਸ ਦੇਸ਼ ਦਾ ਤਾਂ ਭੱਠਾ ਬਹਿ ਜਾਊਗਾ, ਕਿਉਂ ਕਰਕੇ ਸੁਪਰੀਮ ਕੋਰਟ ਵੀ ਕਹਿੰਦੀ ਹੈ ਕਿ ਬਲਾਤਕਾਰੀਆਂ ਨੂੰ ਅਤੇ ਜਿਹੜੇ ਨਸ਼ੇ ਵੇਚਦੇ ਉਹਨਾਂ ਨੂੰ ਬੇਲ ਮਿਲਣੀ ਚਾਹੀਦੀ ਹੈ, ਦੇ ਦਿੱਤੀ ਹੈ। ਅਤੇ ਇੱਧਰ ਰਾਮ ਰਹੀਮ ਜਿਹਨੇ 2 ਕਤਲਾਂ ਦੇ ਵਿੱਚ ਕੈਦ ਕੀਤੇ ਹੋਇਆ ਅਤੇ ਉਹਨੇ ਜਬਰ ਜਨਾਹ ਕੀਤਾ, ਉਹਨੂੰ ਵੀ ਇਹ ਫਰਲੋ ਦਿੱਤੀ ਗਈ ਹੈ। ਫਿਰ ਕਾਨੂੰਨ ਤਾਂ ਸਾਰਿਆਂ ਲਈ ਇੱਕ ਹੈ ਨਾ। ਫਿਰ ਇਹ ਜਿਹੜੇ ਹਾਈ ਕੋਰਟ ਦੇ ਵਕੀਲ ਹੈ, ਇਹ ਸਾਰੇ ਜਿੰਨੇ ਵੀ ਜੇਲ੍ਹ ਦੇ ਵਿੱਚ ਇਹੋ ਜਿਹੇ ਕੈਦੀ ਹੈ, ਉਹਨਾਂ ਨੂੰ ਵੀ ਰਿਟਾਂ ਪਾਉਣੀਆਂ ਚਾਹੀਦੀਆਂ ਕਿ ਜੇ ਡਰੱਗ ਲੋਰਡਸ ਨੂੰ, ਜਬਰ ਜਨਾਹ ਵਾਲਿਆਂ ਨੂੰ, ਇਹੋ ਜਿਹੀ ਚੀਜ਼ ਜਿਨ੍ਹਾਂ ਨੇ ਕਤਲ ਕੀਤੇ ਹੈ, ਉਹਨਾਂ ਨੂੰ ਫਰਲੋ ਮਿਲਣੀ ਹੈ, ਪੈਰੋਲ ਮਿਲਣੀ ਹੈ, ਫਿਰ ਸਾਨੂੰ ਵੀ ਦਿੱਤੀ ਜਾਵੇ। ਫਿਰ ਦੇਖ ਲਓ ਇੱਥੇ ਮੁਲਕ ਦਾ ਕੀ ਹੋਊਗਾ। ਸਾਰੇ ਬਦਮਾਸ਼ ਇੱਧਰ ਉੱਧਰ ਫਿਰ ਲੈਣਗੇ, ਬਦਮਾਸ਼ ਜ਼ਿਆਦਾ ਹੋ ਜਾਣਗੇ, ਤੁਹਾਡੇ ਵਰਗੇ ਘੱਟ ਹੋ ਜਾਣਗੇ। ਮਾਨ ਸਾਹਿਬ, ਜੇਕਰ ਗੱਲ ਕਰ ਲਈਏ ਜਿਸ ਤਰ੍ਹਾਂ ਦੇ ਨਾਲ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਟਵੀਟ ਹੜ੍ਹ ਆ ਜਾਂਦਾ ਟਵੀਟਾਂ ਦਾ, ਲੇਕਿਨ ਇਸ ਵਾਰ ਦੇਖਣ 'ਚ ਆਇਆ ਕਿ ਸਾਡੇ ਜਿਹੜੇ ਪੰਜਾਬ ਦੇ ਵੀ ਰਾਜਨੀਤਿਕ ਲੀਡਰ ਹੈਗੇ ਨੇ, ਉਹਨਾਂ ਨੇ ਵੀ ਹਾਂ ਦਾ ਨਾਅਰਾ ਨਹੀਂ ਮਾਰਿਆ, ਜਦ ਕਿ ਦੀਪ ਸਿੱਧੂ ਵੱਲੋਂ ਲਗਾਤਾਰ ਇੱਕੋ ਹੀ ਗੱਲ ਕੀਤੀ ਜਾਂਦੀ ਸੀ ਕਿ ਜਿਹੜੇ ਸੂਬੇ ਦੇ ਅਧਿਕਾਰ ਹੈਗੇ ਨੇ ਜਾਂ ਸਿੱਖਾਂ ਦੇ ਅਧਿਕਾਰ ਹੈਗੇ ਨੇ, ਉਹਨਾਂ ਨੂੰ ਮਿਲਣੇ ਚਾਹੀਦੇ ਨੇ। ਤਾਂ ਪੰਜਾਬ ਦੇ ਲਈ ਆਵਾਜ਼ ਬੁਲੰਦ ਕੀਤੀ ਸੀ। ਬਹੁਤ ਲੰਬੇ ਸਮੇਂ ਦੇ ਬਾਅਦ ਪੰਜਾਬ ਨੂੰ ਇੱਕ ਅਜਿਹਾ ਸ਼ਖਸ ਮਿਲਿਆ ਸੀ ਜੋ ਪੰਜਾਬ ਦੀ ਗੱਲ ਕਰਦਾ ਸੀ, ਲੇਕਿਨ ਇੱਥੋਂ ਦੇ ਜਿਹੜੇ ਰਾਜਨੀਤਿਕ ਲੀਡਰ ਹੈਗੇ ਨੇ ਜਾਂ ਫਿਰ ਇੱਥੋਂ ਲੋਕਾਂ ਨੇ ਤਾਂ ਅੱਜ ਦਿਖਾ ਦਿੱਤਾ ਹੈਗਾ ਕਿ ਕਿਸ ਤਰ੍ਹਾਂ ਦੇ ਨਾਲ ਖੜੇ ਨੇ, ਲੇਕਿਨ ਰਾਜਨੀਤਿਕ ਲੀਡਰਾਂ ਦਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਮੈਂ ਤਾਂ ਹੀ ਤਾਂ ਕਿ ਇਹਨਾਂ ਨੂੰ ਜ਼ੈਡ ਸਿਕਿਉਰਿਟੀ ਦੇ ਦਿਓ ਨਾ, ਕਿਉਂ ਕਰਕੇ ਇਹਨਾਂ ਦੇ ਪੈਰਾਂ ਥੱਲੋਂ ਧਰਤੀ ਖਿਸਕ ਗਈ ਹੈ। ਤਦ ਇਹ BJP ਦੀ ਓਟ ਲੈ ਰਹੇ ਹੈ, RSS ਦੀ, ਆਮ ਪਾਰਟੀ ਦੀ, ਕਾਂਗਰਸ ਪਾਰਟੀ ਦੀ, ਜਿੰਨੀਆਂ ਵੀ ਸੈਂਟਰ ਤੋਂ ਚੱਲਦੀਆਂ ਉਹਨਾਂ ਪਾਰਟੀਆਂ ਦੀ ਇਹਨਾਂ ਨੇ ਓਟ ਲੈ ਲਈ ਹੈ। ਅਤੇ ਇਹਨਾਂ ਦੇ ਥੱਲਿਓਂ ਲੋਕ ਮੰਗਦੇ ਆ ਜਿਹੜੀਆਂ ਚੀਜ਼ਾਂ ਤੁਸੀਂ ਕਿਹਾ, ਇਹ ਕਹਿੰਦੇ ਆ ਨਹੀਂ ਦੇਣੀਆਂ, ਅਤੇ ਫਿਰ ਧਰਤੀ ਇਹਨਾਂ ਥੱਲੋਂ ਖਿਸ ਗਈ ਹੈ। ਇਹਨਾਂ ਦੀ ਸੰਭਾਲ ਹੁਕੂਮਤ ਨੂੰ ਕਰਨੀ ਚਾਹੀਦੀ ਹੈ। ਇਹਨਾਂ ਨੂੰ ਜ਼ੈਡ ਸਿਕਿਉਰਿਟੀ ਜਾਂ ਹੋਰ ਸਿਕਿਉਰਿਟੀ ਦੇਣ। ਹੁਣ ਮਾਨ ਸਾਹਿਬ, ਜਿਸ ਤਰ੍ਹਾਂ ਅੱਜ ਪੂਰੇ ਪੰਜਾਬ ਦੇ ਨੌਜਵਾਨਾਂ ਦਾ ਹੜ੍ਹ ਆਇਆ, ਇੱਕ ਫਤਿਹਗੜ੍ਹ ਸਾਹਿਬ ਦੇ ਵਿੱਚ ਦੀਪ ਸਿੱਧੂ ਦੀ ਅੰਤਿਮ ਅਰਦਾਸ ਸੀਗੀ, ਲੋਕ ਆਪ ਮੁਹਾਰੇ ਪਹੁੰਚੇ ਹੈਗੇ ਨੇ, ਤਾਂ ਕੀ ਮਿਸਾਲ ਕਾਇਮ ਕਰ ਗਏ ਨੇ? ਕਿਉਂਕਿ ਅਸੀਂ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਤਾਂ ਲੋਕਾਂ ਨੇ ਇਹ ਤੱਕ ਕਿਹਾ ਕਿ ਉਹ ਦੀਪ ਨਹੀਂ ਸੀ, ਉਹ ਇੱਕ ਮਸ਼ਾਲ ਸੀ, ਪੰਜਾਬ ਦੇ ਲੋਕਾਂ ਨੂੰ ਜਗਾ ਗਿਆ ਹੈਗਾ। ਤਾਂ ਇਸ ਸਾਰੇ ਘਟਨਾਕ੍ਰਮ ਨੂੰ ਕਿਸ ਤਰ੍ਹਾਂ ਦੇਖਦੇ ਹੋ, ਕਿਉਂਕਿ ਨੌਜਵਾਨੀ ਨੇ ਬਹੁਤ ਸ਼ਿਰਕਤ ਕੀਤੀ ਹੈ? ਹਾਂ, ਫਿਰ ਮੈਂ ਤੁਹਾਨੂੰ ਦੱਸਿਆ ਕਿ ਨੌਜਵਾਨੀ ਉੱਠ ਪਈ ਹੈ, ਉਹ ਤਬਦੀਲੀ ਮੰਗਦੀ ਹੈ। ਅਤੇ ਫਿਰ ਹੁਕੂਮਤ ਨੂੰ ਅਤੇ ਦੁਨੀਆ ਨੂੰ ਹੁਣ ਸੁੱਝ ਜਾਣਾ ਚਾਹੀਦਾ ਕਿ ਇੱਥੇ ਤਬਦੀਲੀ ਲਿਆਉਣੀ ਸਿੱਖ ਕੌਮ ਦੇ ਵਿੱਚ ਬਹੁਤ ਜ਼ਰੂਰੀ ਹੈ। ਅਤੇ ਇਹ ਤਾਂ ਸਿਗਨਲ ਹੈਗਾ ਹੁਣ ਤੁਹਾਡੇ ਸਾਹਮਣੇ। ਹੁਣ ਤੁਸੀਂ ਆਪ ਵੀ ਦੱਸ ਰਹੇ ਹੋ ਕਿ ਜ਼ਮਾਨਾ ਪਲਟ ਗਿਆ, ਯੁੱਗ
ਪਲਟ ਰਿਹਾ ਹੈ ਤੇ ਇਹ ਤਬਦੀਲੀ ਜਿਹੜੀ ਹੁੰਦੀ ਹੈ ਇਹ ਸ਼ਾਂਤੀਪੂਰਵਕ ਆ ਰਹੀ ਹੈ। ਤੇ ਜੇ ਨਾ ਦਿੱਤੀ ਗਈ, ਜੇ ਰੂਸ ਨੇ ਅਟੈਕ ਕਰਤਾ ਦੂਸਰੇ ਮੁਲਕ ਦੇ ਉੱਤੇ ਤੇ ਇੱਥੇ ਤਾਂ ਸਾਰੀ ਗੜਬੜ ਹੋ ਜੂਗੀ। ਪਾਕਿਸਤਾਨ ਚੀਨ ਦੇ ਨਾਲ ਹੈਗਾ, ਨੇਪਾਲ ਚੀਨ ਦੇ ਨਾਲ ਹੈਗਾ, ਬੰਗਲਾਦੇਸ਼ ਚੀਨ ਦੇ ਨਾਲ ਹੈਗਾ ਤੇ ਚੀਨ ਨੇ ਤਾਂ ਸਾਰੇ ਇਲਾਕੇ ਹੜੱਪ ਕਰ ਦੇਣੇ ਹੈ, ਜਿਵੇਂ ਕਸ਼ਮੀਰ ਹੈ, ਜਿਵੇਂ ਲਦਾਖ ਹੈ, ਜਿਵੇਂ ਸਿੱਕਮ ਹੈ, ਜਿਵੇਂ ਭੂਟਾਨ ਹੈਗਾ, ਜਿਵੇਂ ਨਾਰਥ ਈਸਟ ਸਟੇਟਸ ਹੈਗੀਆਂ, ਮੀਜ਼ੋਜ਼, ਨਾਗੇ, ਇਹ ਤਾਂ ਸਾਰੇ ਜਾਣਗੇ। ਹੁਣ ਗੱਲ ਇਹ ਹੈ ਨਾ ਕਿ ਸਾਡੇ ਹਿੰਦੂ ਭਰਾਵਾਂ ਨੇ ਇਤਿਹਾਸ ਦੇ ਵਿੱਚ ਕਦੇ ਰਾਜ ਨਹੀਂ ਕੀਤਾ। ਇਹ ਪਹਿਲੀ ਵਾਰੀ ਹੈ 47 'ਚ ਇਹਨਾਂ ਨੂੰ ਰੱਬ ਨੇ ਅਸਮਾਨ ਪਾੜ ਕੇ ਦੇਤਾ ਸਾਰਾ ਕੁਛ ਤੇ ਇਹਨਾਂ ਨੇ ਤਾਂ ਰਾਜ ਯੋਧਿਆ ਦੇ ਵਿੱਚ ਕੀਤਾ। ਉਹ ਵੀ ਪਤਾ ਨਹੀਂ ਠੀਕ ਹੈ ਕਿ ਨਹੀਂ ਹੈ, ਪਰ ਇਹਨਾਂ ਨੂੰ ਰਾਜ ਕਰਨ ਦੀ ਇਹ ਸਿਰਫ ਚਾਹੁੰਦੇ ਹਿੰਦੂ ਰਾਸ਼ਟਰ। ਹਿੰਦੂ ਰਾਸ਼ਟਰ ਦੇ ਵਿੱਚ ਤਾਂ ਸਿਰਫ ਹਿੰਦੂ ਰਹਿ ਸਕੂਗਾ, ਫਿਰ ਅਸੀਂ ਕਿੱਥੇ ਜਾਵਾਂਗੇ। ਤੁਸੀਂ ਵੀ ਗਿੱਲ ਸਾਹਿਬ ਹੋ, ਬੇਸ਼ੱਕ ਲੱਗਦੇ ਤਾਂ ਇਹਨਾਂ ਵਰਗੇ ਹੋ ਅੱਜ, ਪਰ ਗਿੱਲ ਨੂੰ ਤਾਂ ਨਹੀਂ ਇਹਨਾਂ ਨੇ ਬਰਦਾਸ਼ਤ ਕਰਨਾ। ਸ਼ਾਇਦ ਤੁਹਾਨੂੰ ਕਰ ਲੈਣ ਜਿਹੜਾ ਤੁਸੀਂ ਰੂਪ ਉਹੋ ਜਿਹਾ ਧਾਰਿਆ ਹੋਇਆ। ਮਾਨ ਸਾਹਿਬ, ਜਿਸ ਤਰ੍ਹਾਂ ਦੇ ਨਾਲ ਦੀਪ ਸਿੱਧੂ ਵੱਲੋਂ ਪੰਜਾਬ ਦੇ ਮੁੱਦਿਆਂ ਨੂੰ ਚੁੱਕਿਆ ਗਿਆ, ਪੰਜਾਬ ਦੀ ਗੱਲ ਕੀਤੀ ਗਈ, ਤਾਂ ਕੀ ਕਹਿ ਸਕਦੇ ਆ ਇਸ ਨੂੰ ਕਿ ਸਾਡੀ ਕੌਮ ਦੀ ਕਹਿ ਲਈਏ, ਕੌਮ ਦੀ ਗੱਲ ਕੀਤੀ ਹੈਗੀ ਹੈ। ਜੇ ਅਜਿਹਾ ਲੀਡਰ ਸਾਨੂੰ ਪਹਿਲਾਂ ਕਿਤੇ ਮਿਲਿਆ ਹੁੰਦਾ ਤਾਂ ਹੋ ਸਕਦਾ ਅਜਿਹਾ ਵਕੀਲ ਸਾਡੇ ਕੋਲ ਹੁੰਦਾ ਤਾਂ ਕੀ ਅੱਜ ਜਿਹੜੇ ਹਾਲਾਤ ਹੈ ਇੱਦਾਂ ਦੇ ਹੋਣੇ ਸੀ। 1947 'ਚ ਜੇ ਸਿੱਧੂ ਸਾਹਿਬ ਵਿਲਾਇਤ ਤੋਂ ਪੜ੍ਹਿਆ ਹੋਇਆ ਵਕੀਲ ਹੁੰਦਾ ਤੇ ਇਸ ਧਰਤੀ ਦੇ ਉੱਤੇ 3 ਮੁਲਕ ਹੋਣੇ ਸੀ, ਨਾ ਕਿ ਸਿਰਫ 2। ਕਿਉਂ ਕਰਕੇ ਟੇਬਲ ਦੇ ਉੱਤੇ ਗੱਲ ਹੋਈ ਹੈ ਅੰਗਰੇਜ਼ਾਂ ਦੇ ਨਾਲ, ਗਾਂਧੀ, ਨਹਿਰੂ ਤੇ ਜਿਨ੍ਹਾਂ ਦੀ, ਇਹ ਤਿੰਨੇ ਟੌਪ ਨੰਬਰ ਦੇ ਵਕੀਲ ਸੀ ਜਿਹੜੇ ਵਕਾਲਤ ਵਿਲਾਇਤ ਤੋਂ ਕਰਕੇ ਆਏ ਸੀਗੇ। ਤੇ ਜਿਹੜਾ ਕਿੰਗਸ ਕਾਲਜ ਤੋਂ ਵਕਾਲਤ ਕਰਕੇ ਆਇਆ ਸਿੱਧੂ ਸਾਹਿਬ, ਜੇ ਇਹੋ ਜਿਹਾ ਬੰਦਾ ਉੱਥੇ ਬੈਠਾ ਹੁੰਦਾ ਤੇ ਫਿਰ ਅਸੀਂ ਗੁਲਾਮ ਬਣ ਕੇ ਨਾ ਇੱਥੇ ਰਹਿੰਦੇ, ਫਿਰ ਆਪਾਂ ਵੀ ਆਜ਼ਾਦ ਹੋਣਾ ਸੀਗਾ, ਹੈ ਨਾ। ਮਾਨ ਸਾਹਿਬ, ਦੀਪ ਸਿੱਧੂ ਨਾਲ ਕਾਫੀ ਤੁਹਾਡੀ ਗੱਲਬਾਤ ਹੁੰਦੀ ਰਹੀ ਹੋਣੀ, ਕਿ ਮਨ ਦੇ ਵਿੱਚ ਕੀ ਲੈ ਕੇ ਚੱਲ ਰਹੇ ਸੀਗੇ, ਕੀ ਉਹਨਾਂ ਦੀ ਅੱਗੇ ਦੀ ਸੀ ਰਣਨੀਤੀ, ਕਿ ਅੱਗੇ ਕੀ ਕਰਨਾ ਹੈਗਾ। ਬੇਸ਼ੱਕ ਵੱਡਾ ਹਾਦਸਾ ਹੋ ਗਿਆ, ਸਵਾਲ ਵੀ ਬੜੇ ਚੁੱਕੇ ਜਾ ਰਹੇ ਆ ਸਾਡੇ ਸਾਰੇ ਪੰਜਾਬੀਆਂ ਵੱਲੋਂ ਕਿ ਇੱਕ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਐਕਸੀਡੈਂਟ ਮੰਨਣ ਨੂੰ ਤਿਆਰ ਨਹੀਂ ਹੈਗੇ ਲੋਕ। ਤਾਂ ਕੀ ਮਨ ਦੇ ਵਿੱਚ ਜਜ਼ਬਾ ਲੈ ਕੇ ਚੱਲ ਰਹੇ ਸੀ। ਮੈਂ ਆਪਣੀ ਸਪੀਚ ਦੇ ਵਿੱਚ ਤਾਂ ਕਿਹਾ ਕਿ ਇੰਟਰਨੈਸ਼ਨਲ ਤਫਤੀਸ਼ ਹੋਣੀ ਚਾਹੀਦੀ ਹੈ, ਜਿਵੇਂ ਬੀਬੀ ਬੇਨਜ਼ੀਰ ਭੁੱਟੋ ਦੀ ਹੋਈ ਸੀ ਪਾਕਿਸਤਾਨ ਵਾਲੀ ਦੀ, ਅਤੇ ਲੈਬਨਾਨ ਦੇ ਪ੍ਰਾਈਮ ਮਿਨਿਸਟਰ ਹਰਾਰੇ ਨੂੰ ਵੀ ਇਸ ਤਰ੍ਹਾਂ ਸ਼ੱਕੀ ਤੌਰ ਦੇ ਉੱਤੇ ਉਹਦੀ ਜਾਨ ਲਿੱਤੀ ਗਈ ਸੀ। ਉਹਦੀ ਵੀ ਇੰਟਰਨੈਸ਼ਨਲ UN ਨੇ ਤਫਤੀਸ਼ ਕਰਾਈ ਸੀ। ਅਤੇ ਸਾਡੀ ਮੰਗ ਹੈ, ਪਰ ਅਸੀਂ ਸਟੇਟਲੈਸ ਪੀਪਲ ਹਾਂ, ਸਾਡਾ ਨਾ ਕੋਈ ਸਟੇਟ ਹੈ ਨਹੀਂ ਗਾ, ਪਰ ਅਸੀਂ ਸਾਰੇ ਸਿੱਖਾਂ ਨੂੰ ਦੁਨੀਆ ਦੇ ਵਿੱਚ ਅਪੀਲ ਕਰਦੇ ਹਾਂ ਕਿ ਇਹ ਜਿਹੜਾ ਅਸੀਂ ਅੱਜ ਆਈਡੀਆ ਦਿੱਤਾ ਹੈ, ਇਹਦੇ 'ਤੇ ਚੰਗੀ ਸੋਚ ਹੋਵੇ ਅਤੇ ਕੋਈ ਚੰਗੀ ਰਾਏ ਬਣਾ ਕੇ ਸਾਡੀ ਪਾਰਟੀ ਨੂੰ ਪੇਸ਼ ਕੀਤੀ ਜਾਏ, ਜਿਹਦੇ ਨਾਲ ਅਸੀਂ ਅੱਗੇ ਚੱਲ ਸਕੀਏ। ਮਾਨ ਸਾਹਿਬ, ਤੁਸੀਂ ਖੁਦ IPS ਅਫਸਰ ਰਹੇ ਹੋ, ਤਾਂ ਉੱਦੋਂ ਦੇ ਹਾਲਾਤ ਤੁਸੀਂ ਦੇਖੇ ਹੈਗੇ ਨੇ, ਤੁਹਾਨੂੰ ਕੀ ਲੱਗਦਾ ਗਾ, ਤੁਹਾਡੀ ਨਿੱਜੀ ਰਾਏ ਕੀ ਹੈਗੀ ਆ ਕਿ ਇਹ ਹਾਦਸੇ ਦੇ ਵਿੱਚ ਇਸ ਤਰ੍ਹਾਂ ਦੇ ਸਰਕਮਟਰਾਂਸਿਸ ਬਣ ਸਕਦੇ ਸੀ ਜਿੱਦਾਂ ਦੇ ਦਿਖਾਏ ਗਏ ਨੇ। ਨਾ, ਫਿਰ ਮੈਂ ਦੱਸਿਆ ਤਾਂ ਹੈ ਅੱਜ ਆਪਣੀ ਸਪੀਚ ਦੇ ਵਿੱਚ ਕਿ ਕਿਵੇਂ ਇਹਨਾਂ ਨੂੰ ਮਰਵਾਇਆ ਗਿਆ। ਹੁਣ ਦੁਬਾਰਾ ਫਿਰ ਮੈਨੂੰ ਪੁੱਛੋਗੇ, ਮੈਂ ਰਮਾਇਣ ਤਾਂ ਸਾਰੀ ਪੜ੍ਹੇ ਆਏ, ਹੁਣ ਤੁਸੀਂ ਪੁੱਛਦੇ ਹੋ ਸੀਤਾ ਕਿੱਥੇ ਹੈ, ਕੌਣ ਸੀਗੀ, ਐ ਤਾਂ ਨਾ ਕਰੋ, ਹੈ ਨਾ। ਹੁਣ ਸੀਤਾ ਦੀ ਕਹਾਣੀ ਬੰਦ ਕਰੋ। ਹੁਣ ਮਾਨ ਸਾਹਿਬ, ਇੱਕ ਆਖਰੀ ਸਵਾਲ ਲੈ ਲੈਂਦੇ ਹਾਂ। ਬੇਅਦਬੀਆਂ ਦੇ ਮੁੱਦੇ ਨੂੰ ਲੈ ਕੇ ਹਾਲੇ ਤੱਕ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲ ਸਕਿਆ। ਦੀਪ ਸਿੱਧੂ ਨੇ ਵੀ ਬੜਾ ਇਸ ਮੁੱਦੇ ਨੂੰ ਚੱਕਿਆ, ਬਹੁਤ ਬੋਲੇ ਇਸ ਮੁੱਦੇ ਦੇ ਉੱਤੇ ਕਿ ਸਿੱਖ ਕੌਮ ਨੂੰ ਇਨਸਾਫ ਮਿਲਣਾ ਚਾਹੀਦਾ ਹੈ, ਲੇਕਿਨ ਉਹ ਕਰਲਾਉਂਦੇ ਇੱਥੇ ਇਸ ਦੁਨੀਆ ਤੋਂ ਚਲੇ ਗਏ, ਫਾਨੀ ਦੁਨੀਆ ਤੋਂ, ਲੇਕਿਨ ਇਨਸਾਫ ਨਹੀਂ ਮਿਲਿਆ। ਹੁਣ ਅੱਗੇ ਦੀ ਕੀ ਰਣਨੀਤੀ ਬਣਾਈ ਗਈ ਹੈ? ਅੱਗੇ ਦੀ ਆਪਾਂ ਉੱਥੇ ਜਾਵਾਂਗੇ, ਬਰਗਾੜੀ 'ਚ ਕਰਾਂਗੇ ਸਲਾਹ ਸ਼ੁਰੂ ਕਿ ਅੱਗੇ ਕਿਵੇਂ ਲੈ ਕੇ ਜਾ ਸਕੀਏ। ਜਿਹੜਾ ਬੇਅਦਬੀ ਹੋਈ ਹੈ ਅਤੇ ਸਿੱਧੂ ਸਾਹਿਬ ਦੇ ਨਾਲ ਇਸ ਤਰ੍ਹਾਂ ਦਾ ਕੰਮ ਕੀਤਾ ਗਿਆ ਹੁਕੂਮਤ ਨੇ,
ਇਹ ਤਾਂ ਬੜਾ ਸੰਜੀਦਗੀ ਦਾ ਕੰਮ ਹੈ ਤੇ ਇਹ ਤਾਂ ਸੋਚਣਾ ਪਊਗਾ। ਤੁਸੀਂ ਵੀ ਆਪਣੀ ਰਾਏ ਦੇ ਦਿਓ ਕਿ ਕੀ ਕਰਨਾ ਚਾਹੀਦਾ। ਸੋ ਤੁਹਾਨੂੰ ਦੱਸ ਦਈਏ ਕਿ ਇਹ ਸਾਡੇ ਨਾਲ ਗੱਲਬਾਤ ਕਰ ਰਹੇ ਸਨ ਸਰਦਾਰ ਸਿਮਰਨਜੀਤ ਸਿੰਘ ਮਾਨ। ਧੰਨਵਾਦ ਕਰ ਲੈਂਦੇ ਮਾਨ ਸਾਹਿਬ, ਬਹੁਤ ਬਹੁਤ ਧੰਨਵਾਦ ਰੋਜ਼ਾਨਾ ਲੋਕਨਾਥ ਦੇ ਨਾਲ ਗੱਲਬਾਤ ਕਰਨ ਦੇ ਲਈ। ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਮਾਨ ਸਾਹਿਬ ਤੋਂ ਵੱਲੋਂ ਕਿਹਾ ਗਿਆ ਕਿ 6 ਤਰੀਕ ਨੂੰ ਜਿਹੜੀ ਅਰਦਾਸ ਹੈਗੀ ਆ ਉਹ ਮਾਲਵੇ ਦੇ ਵਿੱਚ ਕੀਤੀ ਜਾਊਗੀ। ਸੰਦੀਪ ਸਿੰਘ ਸਿੱਧੂ, ਜਿਨ੍ਹਾਂ ਨੂੰ ਦੀਪ ਸਿੱਧੂ ਦੇ ਨਾਲ ਸਾਰੇ ਜਾਣਦੇ ਸੀ, ਤਾਂ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਵੀ ਉੱਥੇ ਜਿਹੜੀਆਂ ਗੱਲਾਂ ਬਾਤਾਂ ਹੈਗੀਆਂ, ਜਿਹੜੀ ਇੱਕ ਦੂਜੇ ਦੇ ਨਾਲ ਗੱਲਬਾਤ ਆ ਉਹ ਕੀਤੀ ਜਾਊਗੀ। ਤਾਂ ਸਾਰੇ ਜਿਹੜੇ ਲੋਕ ਹੈਗੇ ਉੱਥੇ ਪਹੁੰਚਣ ਦੀ ਅਪੀਲ ਵੀ ਕੀਤੀ ਗਈ ਹੈ ਮਾਨ ਸਾਹਿਬ ਵੱਲੋਂ। ਤਾਂ ਲਗਾਤਾਰ ਤੁਸੀਂ ਬਣੇ ਰਹੋ ਰੋਜ਼ਾਨਾ ਲੋਕਨਾਥ ਦੇ ਨਾਲ। ਅਸੀਂ ਤੁਹਾਨੂੰ ਲਗਾਤਾਰ ਅਲੱਗ-ਅਲੱਗ ਸ਼ਖਸੀਅਤਾਂ ਦੇ ਨਾਲ ਸਮੇਂ-ਸਮੇਂ ਤੇ ਮਿਲਾਉਂਦੇ ਰਵਾਂਗੇ, ਵਿਚਾਰ ਦੱਸਦੇ ਰਵਾਂਗੇ। ਬਹਰਹਾਲ ਸਾਨੂੰ ਦਿਓ ਇਜਾਜ਼ਤ। ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਗੁਰਵੀਰ ਵਿਰਕ ਦੇ ਨਾਲ ਅਵਤਾਰ ਗਿੱਲ, ਰੋਜ਼ਾਨਾ ਲੋਕਨਾਥ।